अच्छा मुजम्मिल आह ਜਿਹੜਾ ਚੈਪਟਰ ਹੈ ਨਾ ਨਿਊਕਲੀਅਰ ਫਿਜ਼ਿਕਸ ਸਹੀ ਆ। ਇਹਦੇ ਅੰਦਰ ਪਹਿਲੇ ਹੁਣ ਮੈਂ ਉਹ ਇਹਦੇ ਅੰਦਰ ਕੁਛ ਚੀਜ਼ਾਂ ਵਾ, ਦੋ ਤਿੰਨ ਟੌਪਿਕ ਆ ਜਿਹਦੇ ਅੰਦਰ MCQs ਆਉਂਦੇ। ਇੱਕ ਤੇ ਰੇਜ਼ ਵਾਲਾ ਨਾ ਜਿਹੜਾ ਅਲਫਾ ਰੇਜ਼, ਗੈਮਾ ਰੇਜ਼, ਅਲਫਾ ਬੀਟਾ ਹੋਰ ਗੈਮਾ ਰੇਜ਼, ਠੀਕ ਆ। ਹੋਰ ਆਈਸੋਟੋਪਸ ਵਗੈਰਾ 'ਚੋਂ ਆ ਜਾਂਦੇ ਆ। ਹੋਰ ਇਹਦੇ ਤੋਂ ਇਲਾਵਾ ਯੂਜ਼ਿਸ ਆਫ ਰੇਡੀਓ ਐਕਟਿਵ ਐਲੀਮੈਂਟ, ਠੀਕ ਆ, ਯੂਜ਼ਿਸ ਆਫ ਰੇਡੀਓ ਐਕਟਿਵ ਐਲੀਮੈਂਟ। ਹੋਰ ਇਹਦੇ ਤੋਂ ਇਲਾਵਾ ਇਹਦੇ 'ਚ ਕੀ ਆ ਜਾਂਦਾ ਵਾ ਆਪਣੇ ਕੋਲ ਹਾਫ ਲਾਈਫ ਵਾਲਾ, ਡਿਕੇ ਟਾਈਮ ਹੋਰ ਅਨਡਿਕੇ ਟਾਈਮ, ਠੀਕ ਆ। ਹੁਣ ਜਿਹੜਾ ਨਾ ਮੈਂ ਤੈਨੂੰ ਆ ਰੇਜ਼ ਦੇ ਮੁਤਲਕ ਹੀ ਨਾ ਥੋੜ੍ਹਾ ਜਿੱਦਾਂ ਦੇ MCQs ਆ ਰਹੇ ਨਾ, ਮਤਲਬ ਮੋਸਟਲੀ ਜਿਹੜੇ ਮੇਰੀ ਵਾਰੀ ਵੀ ਆਏ ਸੀਗੇ ਅਤੇ ਹੁਣ ਵੀ ਉਮੀਦ ਆ ਕਿ ਆ ਸਕਦੇ। ਮੈਂ ਜਿਹੜੇ ਤੇਰੇ ਕੋਲ ਪੇਪਰ ਮੰਗਾਏ ਉਹਦੇ ਅੰਦਰ ਜਿਹੜੇ ਆਏ ਨਾ ਉਹ ਸੋਲਵ ਕਰਦੇ ਆਪਾਂ। ਤੂੰ ਹੁਣ ਤੈਨੂੰ ਪਤਾ ਜਿਹੜਾ ਆ ਚੈਪਟਰ ਆ ਨਿਊਕਲੀਅਰ ਫਿਜ਼ਿਕਸ, ਆਪਾਂ ਇਹਦੇ ਅੰਦਰ ਨਿਊਕਲੀਅਸ ਦੇ ਨਾਲ ਹੀ ਆਪਣਾ ਮਤਲਬ ਹੈ ਨਾ ਪੂਰਾ ਜਿੰਨੇ ਵੀ ਟੌਪਿਕ ਉਹ ਡਿਸਕਸ ਕਰਾਂ ਨਿਊਕਲੀਅਸ ਦੇ ਹਵਾਲੇ ਦੇ ਨਾਲ ਹੀ। ਹੁਣ ਤੋਂ ਬਾਅਦ ਨਿਊਕਲੀਅਸ ਸੈਂਟਰਲ ਪਾਰਟ ਹੁੰਦਾ ਵਾ, ਠੀਕ ਆ। ਇਹਦੇ ਅੰਦਰ ਕੀ ਹੁੰਦਾ ਆਪਣੇ ਕੋਲ ਪ੍ਰੋਟੋਨ ਹੁੰਦੇ ਅਤੇ ਨਿਊਟਰੋਨ ਹੁੰਦੇ ਆ। ਹੋਰ ਇਹਦੇ ਇਰਦ ਗਿਰਦ ਕੀ ਹੁੰਦਾ ਆਪਣੇ ਕੋਲ ਇਲੈਕਟ੍ਰੋਨ ਰਿਵੋਲਵ ਕਰਦੇ ਆ। ਪ੍ਰੋਟੋਨ ਹੁੰਦੇ ਪੋਜ਼ੀਟਿਵ ਚਾਰਜ, ਪ੍ਰੋਟੋਨ ਹੁੰਦੇ ਪੋਜ਼ੀਟਿਵ ਚਾਰਜ, ਇਲੈਕਟ੍ਰੋਨ ਨੈਗੇਟਿਵ ਚਾਰਜ, ਠੀਕ ਆ। ਹੁਣ ਆ ਪੂਰੇ ਜਿਹੜਾ ਟੌਪਿਕ ਹੈ ਨਾ ਰੇਡੀਓ ਐਕਟਿਵ ਡਿਕੇਜ਼ ਵਗੈਰਾ ਹਾਫ ਲਾਈਫ, ਇਹਦੇ ਅੰਦਰ ਆਪਾਂ ਨਿਊਕਲੀਅਸ ਦੇ ਨਾਲ ਹੀ ਡੀਲ ਕਰਨਾ। ਆ ਜਿਹੜੇ ਬਾਹਰ ਵਾਲੇ ਇਲੈਕਟ੍ਰੋਨ ਆ ਨਾ ਆਹ ਡੀਲ ਨਹੀਂ ਕਰਨੇ ਆਪਾਂ, ਠੀਕ ਆ। ਹੁਣ ਇਹਦੇ ਸਾਰ ਤੋਂ ਪਹਿਲਾਂ ਤੁਹਾਨੂੰ ਪਤਾ ਨਾ ਚਾਹ ਅਟੋਮਿਕ ਨੰਬਰ ਕਿਹਨੂੰ ਕਹਿੰਦੇ ਆ, ਕੀ ਕਹਿੰਦੇ ਅਟੋਮਿਕ ਨੰਬਰ। ਅਟੋਮਿਕ ਨੰਬਰ ਜਿਹੜਾ ਹੁੰਦਾ ਨਾ ਟੋਟਲ ਨੰਬਰ ਆਫ ਪ੍ਰੋਟੋਨ। ਅਗਰ ਕਿਸੇ ਨਿਊਕਲੀਅਸ ਦੇ ਅੰਦਰ ਪ੍ਰੋਟੋਨ ਨੰਬਰ ਹੈ ਨਾ ਮਤਲਬ 5 ਆ ਤਾਂ ਉਹ ਉਹਦਾ ਐਟਮ ਦਾ ਅਟੋਮਿਕ ਨੰਬਰ ਆ, ਟੋਟਲ ਨੰਬਰ ਆਫ ਪ੍ਰੋਟੋਨ। ਅਤੇ ਹੁਣ ਅਟੋਮਿਕ ਮੈਸ ਕਿਹੜਾ ਹੁੰਦਾ ਵਾ, ਐਟੋਮਿਕ ਮੈਸ, ਅਟੋਮਿਕ ਮੈਸ ਜਿਹੜਾ ਹੁੰਦਾ ਨਾ ਸਮ ਆਫ ਪ੍ਰੋਟੋਨ ਪਲੱਸ ਨਿਊਟਰੋਨ, ਠੀਕ ਆ। ਇਹਨੂੰ ਕੀ ਕਹਿੰਦੇ ਆਪਾਂ ਅਟੋਮਿਕ ਮੈਸ। ਅਟੋਮਿਕ ਨੰਬਰ ਨੂੰ ਆਪਾਂ Z ਦੇ ਨਾਲ ਵੀ ਰਿਪਰਜੈਂਟ ਕਰਦੇ ਹਾਂ, ਠੀਕ ਆ। ਅਟੋਮਿਕ ਮੈਸ A ਨਾਲ ਹੀ ਸਹੀ ਆ। ਹੁਣ ਕੋਈ ਇੱਦਾਂ ਮੈਂ ਆਹ ਚੈਪਟਰ ਦੇ ਅੰਦਰ ਅਲਫਾ ਰੇਜ਼ ਦੇ ਨਾ ਮੈਂ ਉਸੇ ਨਾਲ ਹੀ ਤੈਨੂੰ ਸਮਝਾਉਣਾ। ਜਿੱਦਾਂ ਹੀਲੀਅਮ ਹੈ ਨਾ ਹੀਲੀਅਮ, ਠੀਕ ਆ। ਆਹ ਅਲਫਾ ਪਾਰਟੀਕਲ ਆ, ਕੀ ਆ ਹੀਲੀਅਮ ਕੀ ਅਲਫਾ ਪਾਰਟੀਕਲ। ਇਹਦੇ ਜਿਹੜਾ ਉੱਤੇ 4 ਲਿਖਿਆ ਹੁੰਦਾ ਔਰ ਥੱਲੇ 2 ਲਿਖਿਆ ਹੁੰਦਾ, ਠੀਕ ਆ। ਜਿਹੜਾ ਥੱਲੇ 2 ਆ ਨਾ ਉਹ ਵਾ ਅਟੋਮਿਕ ਨੰਬਰ, ਉਹ ਕੀ ਕਹਿੰਦਾ ਅਟੋਮਿਕ ਨੰਬਰ। ਉਹ ਜਿਹੜਾ ਉੱਤੇ ਲਿਖਿਆ 4 ਉਹ ਕੀ ਕਹਿੰਦਾ, ਉਹ ਕਹਿੰਦਾ ਮੈਸ ਨੰਬਰ। ਔਰ ਹੀਲੀਅਮ ਦਾ ਜਿਹੜਾ ਆਹ ਪੂਰਾ ਨਾ ਇਹਨੂੰ ਆਪਾਂ ਕੀ ਕਹਿੰਦੇ ਆ, ਆਹ ਅਲਫਾ ਪਾਰਟੀਕਲ ਆ ਪੋਜ਼ੀਟਿਵਲੀ ਚਾਰਜਡ ਹੁੰਦਾ, ਠੀਕ ਆ। ਇਹਨੂੰ ਕੀ ਕਹਿੰਦੇ ਆਪਾਂ ਅਲਫਾ ਪਾਰਟੀਕਲ। ਚੱਲ ਹੁਣ ਫਿਰ ਆਪਾਂ ਅੱਗੇ ਜਾਂਦੇ ਹਾਂ, ਉਹਦੇ ਅੱਗੇ ਦੇਖਦੇ ਹਾਂ ਅਤੇ ਅਲਫਾ ਪਾਰਟੀਕਲ ਬੀਟਾ ਪਾਰਟੀਕਲ ਹੋਰ ਗੈਮਾ ਪਾਰਟੀਕਲ ਹੁੰਦੇ ਕੀ ਆ। ਫਿਰ ਉਹਦੇ ਨਾਲ ਸ਼ੋਰਟ ਜਿਹੀ ਵੀਡੀਓ ਦੇ ਅੰਦਰ ਨਾ ਆਪਾਂ ਉਹਦੇ ਨਿਊਮੈਰੀਕਲ ਵੀ ਸੋਲਵ ਕਰ ਲੈਂਦੇ ਹਾਂ। ਅਤੇ ਦੇਖ ਇੱਕ ਹੁੰਦਾ ਅਲਫਾ ਪਾਰਟੀਕਲ, ਠੀਕ ਆ, ਇੱਕ ਹੁੰਦਾ ਬੀਟਾ ਪਾਰਟੀਕਲ ਹੋਰ ਇੱਕ ਹੁੰਦਾ ਗੈਮਾ ਪਾਰਟੀਕਲ। ਜਿਹੜਾ ਅਲਫਾ ਪਾਰਟੀਕਲ ਹੁੰਦਾ ਨਾ ਪੋਜ਼ੀਟਿਵ ਚਾਰਜ ਹੁੰਦਾ, ਠੀਕ ਆ। ਬੀਟਾ ਜਿਹੜਾ ਹੁੰਦਾ ਉਹ ਨੈਗੇਟਿਵ ਵੀ ਹੋ ਸਕਦਾ ਪੋਜ਼ੀਟਿਵ ਵੀ ਹੋ ਸਕਦਾ। ਇਹ ਇੱਦਾਂ MCQ ਜਾਂਦਾ ਕਿ ਬੀਟਾ ਨੈਗੇਟਿਵ ਹੋਰ ਬੀਟਾ ਪੋਜ਼ੀਟਿਵ, ਠੀਕ ਆ। ਹੋਰ ਉਹਦੇ ਬਾਅਦ ਜਿਹੜਾ ਗੈਮਾ ਪਾਰਟੀਕਲ ਹੁੰਦਾ ਨਾ ਗੈਮਾ ਰੇਜ਼ ਹੁੰਦੀ ਆ ਐਕਚੁਅਲੀ ਫੋਟੋਨ ਹੁੰਦਾ, ਆ ਅਨਚਾਰਜਡ ਹੁੰਦਾ, ਇਹਦੇ ਤੋਂ ਕੋਈ ਚਾਰਜ ਨਹੀਂ ਹੁੰਦਾ। ਕੀ ਹੁੰਦਾ ਅਨਚਾਰਜਡ, ਕੀ ਹੁੰਦਾ ਅਨਚਾਰਜ, ਕੋਈ ਚਾਰਜ ਨਹੀਂ ਹੁੰਦਾ। ਹੋਰ ਆਹ ਇਲੈਕਟ੍ਰੋਮੈਗਨੈਟਿਕ ਵੇਵਜ਼ ਵਾਲਾ ਚੈਪਟਰ ਪੜ੍ਹਿਆ ਨਾ, ਵੇਵਜ਼ ਦੇ ਅੰਦਰ ਹੀ ਪੜ੍ਹਿਆ ਇਲੈਕਟ੍ਰੋਮੈਗਨੈਟਿਕ ਵੇਵਜ਼ ਹੀ ਹੁੰਦੀ ਆ, ਅਨਚਾਰਜ ਹੁੰਦੀ ਆ, ਮਾਸਲੈਸ ਹੁੰਦੀ ਆ, ਠੀਕ ਆ। ਹੋਰ ਹੋਰ ਇਹ ਇਲੈਕਟ੍ਰਿਕ ਫੀਲਡ ਦੇ ਅੰਦਰ ਇੱਥੇ ਤੁਹਾਨੂੰ ਦੱਸ ਦੇਣਾ ਆਹ ਇਲੈਕਟ੍ਰਿਕ ਫੀਲਡ ਹੁੰਦੀ ਨਾ, ਇਲੈਕਟ੍ਰਿਕ ਫੀਲਡ ਆ ਜਿਹੜੀ ਅਲਫਾ ਔਰ ਬੀਟਾ ਪਾਰਟੀਕਲ ਹੁੰਦੇ ਨਾ ਆਹ ਡਿਫਲੈਕਟ ਹੁੰਦੇ ਆ, ਮਤਲਬ ਉਹਦੇ 'ਚੋਂ ਆਹ ਰੇਜ਼ ਗੁਜ਼ਰਦੀ ਨਾ ਆ ਮੁੜ ਜਾਂਦੀ ਆ। ਲੇਕਿਨ ਜਿਹੜੀ ਗੈਮਾ ਰੇਜ਼ ਹੁੰਦੀ ਆ ਉਹ ਸਟੇਟ ਹੀ ਤੁਰਦੀ ਰਹਿੰਦੀ ਆ। ਅੱਛਾ ਹੁਣ ਆਹ ਅਲਫਾ ਪਾਰਟੀਕਲ ਬੀਟਾ ਪਾਰਟੀਕਲ ਹੋਰ ਗੈਮਾ ਰੇਜ਼ ਕਿਦੋਂ ਇਮਿਟ ਹੁੰਦੀਆਂ ਵਾ। ਹੁਣ ਤੁਹਾਨੂੰ ਇੱਕ ਪਤਾ ਕਿ ਜਿਹੜਾ ਨਿਊਕਲੀਅਸ ਹੁੰਦਾ ਨਾ ਉਹਦੇ ਅੰਦਰ ਪ੍ਰੋਟੋਨ ਅਤੇ ਨਿਊਟਰੋਨ ਹੁੰਦੇ ਆ, ਠੀਕ ਆ। ਉਹ ਪ੍ਰੋਟੋਨ ਹੋਰ ਨਿਊਟਰੋਨ ਨੂੰ ਉਹਨੇ ਆਪਣੇ ਅੰਦਰ ਰੱਖਿਆ ਹੁੰਦਾ ਇੱਕ ਫੋਰਸ ਦੇ ਨਾਲ। ਉਹ ਫੋਰਸ ਕਿਹੜੀ ਹੁੰਦੀ ਆ ਨਿਊਕਲੀਅਰ ਫੋਰਸ, ਉਹ ਕਿਹੜੀ ਹੁੰਦੀ ਨਿਊਕਲੀਅਰ ਫੋਰਸ। ਹੁਣ ਉਹ ਫੋਰਸ ਦੀ ਵੀ ਇੱਕ ਵੈਲਿਊ ਹੁੰਦੀ ਆ, ਮਤਲਬ ਉਹਦੀ ਵੀ ਇੱਕ ਲਿਮਿਟ ਹੁੰਦੀ ਆ ਕਿ ਇੰਨੇ ਪ੍ਰੋਟੋਨ ਹੋਰ ਨਿਊਟਰੋਨ ਨੂੰ ਇੰਨੇ ਅਟੋਮਿਕ ਨੰਬਰ ਨੂੰ ਆਪਣੇ ਅੰਦਰ ਰੱਖ ਸਕਦੀ ਆ, ਸਮਝ ਆਈ। ਉਹ ਲਿਮਿਟ ਕੀ ਹੁੰਦੀ ਆ 82, ਠੀਕ ਆ। ਅਗਰ ਨਿਊਕਲੀਅਸ 'ਤੇ ਜਾਂ ਐਟਮ ਆ ਜਿਹੜਾ ਉਹਦੇ ਅੰਦਰ ਅਗਰ ਉਹਦਾ ਅਟੋਮਿਕ ਨੰਬਰ 82 ਆ
ਤੇ ਓਨੀ ਦੇਰ ਤੱਕ ਉਹ ਨਿਊਕਲੀਅਰ ਫੋਰਸ ਦੇ ਵਾਸਤੇ ਅੰਦਰ ਆ ਕਿ ਉਹ ਐਟਮ ਨੂੰ ਸਟੇਬਲ ਰੱਖੇ। ਅਗਰ ਪ੍ਰੋਟੋਨ ਨਿਊਟਰੋਨ ਵੱਧ ਜਾਂਦੇ 82 ਦੇ ਉੱਤੋਂ 82 ਤੋਂ ਜ਼ਿਆਦਾ ਵੱਧ ਜਾਂਦੇ ਆ ਤੇ ਫਿਰ ਇਹਦੇ ਵੱਸ 'ਚੋਂ ਗੱਲ ਬਾਹਰ ਹੋ ਜਾਂਦੀ ਆ ਤੇ ਉਹ ਜਿਹੜਾ ਐਟਮ ਹੁੰਦਾ ਉਹ ਅਨਸਟੇਬਲ ਹੋ ਜਾਂਦਾ। ਤੇ ਅਨਸਟੇਬਲ ਹੋ ਜਾਂਦਾ ਤੇ ਫਿਰ ਉਹ ਕੀ ਕਰਦਾ ਵਾ, ਉਹ ਸਟੇਬਲ ਬਣਨ ਦੀ ਕੋਸ਼ਿਸ਼ ਕਰਦਾ। ਉਹ ਸਟੇਬਲ ਕਿੱਦਾਂ ਬਣੂਗਾ, ਉਹ ਆਪਣੇ ਅੰਦਰੋਂ ਪਾਰਟੀਕਲਸ ਕੀ ਕਰੂਗਾ, ਇਮਿਟ ਕਰੂਗਾ। ਕੀ ਕਰੂਗਾ, ਪਾਰਟੀਕਲਸ ਇਮਿਟ ਕਰੂਗਾ। ਹੁਣ ਪਾਰਟੀਕਲ ਜਿਹੜੇ ਆ ਉਹ ਮੈਂ ਉੱਤੇ ਤੁਹਾਨੂੰ ਦੱਸਿਆ ਅਲਫਾ ਰੇਜ਼ ਵੀ ਹੋ ਸਕਦੀ ਆ, ਬੀਟਾ ਪਾਰਟੀਕਲ ਵੀ ਹੋ ਸਕਦੀ ਜਾਂ ਗੈਮਾ ਰੇਜ਼ ਵੀ ਹੋ ਸਕਦੀ ਆ। ਉਹਨੇ ਆਪਣੇ ਆਪ ਨੂੰ ਸਟੇਬਲ ਕਰਨਾ। ਸਮਝੋ ਇੱਕ ਅਟੋਮਿਕ ਨੰਬਰ ਆ, ਇੱਕ ਐਟਮ ਦਾ ਅਟੋਮਿਕ ਨੰਬਰ 92 ਆ, ਠੀਕ ਆ। ਹੁਣ ਆਹ ਅਨਸਟੇਬਲ ਆ ਜਾਂ ਸਟੇਬਲ ਆ, ਆਹ ਅਨਸਟੇਬਲ ਆ ਕਿਉਂਕਿ 82 ਤੋਂ ਇਹਦੀ ਵੈਲਿਊ ਵੱਧ ਗਈ ਆ। ਹੁਣ ਆ ਕੀ ਕਰੂਗਾ, ਆਪਣੇ ਅੰਦਰੋਂ ਦੀ ਕੀ ਕਰੂਗਾ, ਰੇਜ਼ ਨੂੰ ਇਮਿਟ ਕਰੂਗਾ ਤਾਂ ਕਿ 82 ਵਾਲੀ ਵੈਲਿਊ ਤੱਕ ਆਵੇ ਹੋਰ ਸਟੇਬਲ ਹੋ ਜਾਏ। ਤੇ ਉਹਦੇ ਕਰਕੇ ਆਹ ਅਲਫਾ ਪਾਰਟੀਕਲ ਵੀ ਰਿਲੀਜ਼ ਕਰ ਸਕਦਾ, ਬੀਟਾ ਪਾਰਟੀਕਲ ਵੀ ਰਿਲੀਜ਼ ਕਰ ਸਕਦਾ ਹੋਰ ਗੈਮਾ ਰੇਜ਼ ਵੀ ਰਿਲੀਜ਼ ਕਰ ਸਕਦਾ ਵਾ, ਠੀਕ ਆ। ਹੁਣ ਜਿਹੜਾ ਅਲਫਾ ਪਾਰਟੀਕਲ ਹੁੰਦਾ ਕੀ ਆ, ਜਿਹੜਾ ਅਲਫਾ ਪਾਰਟੀਕਲ ਹੁੰਦਾ ਕੀ ਆ, ਉਹ ਹੁੰਦਾ ਹੀਲੀਅਮ ਨਿਊਕਲਾਈ। ਹੁਣ ਆਹ ਦੇਖ, ਆਹ ਆਪਾਂ ਲਿਆ, ਠੀਕ ਆ। ਆਹ ਇੱਕ ਐਟਮ ਆ, ਇਹਦੇ ਇਰਦ ਗਿਰਦ ਕੀ ਆ, ਇਲੈਕਟ੍ਰੋਨ ਰਿਵੋਲਵ ਕਰਨ ਦੇ, ਆਹ ਨਿਊਕਲੀਅਸ ਆ। ਅੱਛਾ, ਪ੍ਰੋਟੋਨ ਹੋਰ ਨਿਊਟਰੋਨ ਨੂੰ ਕੀ ਕਹਿੰਦੇ ਆ, ਪ੍ਰੋਟੋਨ ਹੋਰ ਨਿਊਟਰੋਨ ਨੂੰ ਕਹਿੰਦੇ ਆ ਨਿਊਕਲੀਓਨਸ। ਆ ਪੁੱਛ ਸਕਦੇ ਆ ਕੀ ਕਹਿੰਦੇ, ਨਿਊਕਲੀਓਨਸ। ਉਹ ਪੁੱਛ ਸਕਦੇ ਨਿਊਕਲੀਅਸ ਦਾ ਮਟੀਰੀਅਲ ਨੂੰ ਕੀ ਕਹਿੰਦੇ, ਨਿਊਕਲੀਓਨਸ ਕਹਿੰਦੇ ਆ, ਸਹੀ ਆ। ਹੁਣ ਅਗਰ ਆਹ ਦੇਖ, ਆਹ ਮੈਂ ਇੱਕ ਡਾਇਗਰਾਮ ਬਣਾਈ ਆ ਇਹਦੀ ਹੀਲੀਅਮ ਦੀ, ਠੀਕ ਆ। ਆਹ ਹੀਲੀਅਮ ਦਾ ਐਟਮ ਆ ਪੂਰਾ, ਇਹਦੇ ਅੰਦਰ 2 ਪ੍ਰੋਟੋਨ ਹੁੰਦੇ ਆ, 2 ਨਿਊਟਰੋਨ ਹੁੰਦੇ ਆ। ਹੀਲੀਅਮ ਦੇ ਅੰਦਰ ਕਿੰਨੇ, 2 ਪ੍ਰੋਟੋਨ ਹੁੰਦੇ, 2 ਪ੍ਰੋਟੋਨ ਤੇ 2 ਨਿਊਟਰੋਨ, ਠੀਕ ਆ। ਹੋਰ ਆਹ ਇਲੈਕਟ੍ਰੋਨ ਰਿਵੋਲਵ ਕਰਦੇ ਹੁੰਦੇ ਆ, 2 ਇਲੈਕਟ੍ਰੋਨ ਰਿਵੋਲਵ ਕਰਦੇ ਆ। ਹੁਣ ਕੀ ਆਹ ਐਟਮ ਨੂੰ ਆਪਾਂ ਕਹਾਂਗੇ ਕਿ ਆਹ ਅਲਫਾ ਪਾਰਟੀਕਲ ਆ, ਨਹੀਂ। ਮੈਂ ਤੁਹਾਨੂੰ ਪਹਿਲੇ ਕਿਹਾ ਜਿਹੜਾ ਚੈਪਟਰ ਉਹ ਨਿਊਕਲੀਅਰ ਫਿਜ਼ਿਕਸ ਦੇ ਰਿਲੇਟਿਡ ਆ, ਠੀਕ ਆ। ਹੁਣ ਆਹ ਜਿਹੜਾ ਅਗਰ ਆਹ 2 ਇਲੈਕਟ੍ਰੋਨ ਆਪਾਂ ਕੈਂਸਲ ਕਰਾ ਦਈਏ ਨਾ, ਅਗਰ ਆਹ ਆਪਾਂ ਕੈਂਸਲ ਕਰਾ ਦਈਏ, ਉਹ ਖ਼ਤਮ ਕਰਾ ਦਈਏ ਇਲੈਕਟ੍ਰੋਨ ਐਟਮ 'ਚੋਂ, ਅਤੇ ਫਿਰ ਆਪਣੇ ਕੋਲ 2 ਪ੍ਰੋਟੋਨ ਅਤੇ 2 ਨਿਊਟਰੋਨ ਵਾਲਾ ਜਿਹੜਾ ਹੀਲੀਅਮ ਦਾ ਨਿਊਕਲੀਅਸ ਹੈ ਨਾ, ਹੀਲੀਅਮ ਨਿਊਕਲੀਅਸ ਆਹ ਬਚ ਜੂਗਾ। ਹੋਰ ਇਹਨੂੰ ਹੀ ਕਹਿੰਦੇ ਆਪਾਂ ਅਲਫਾ ਪਾਰਟੀਕਲ। ਇਹਨੂੰ ਕੀ ਕਹਿੰਦੇ ਆਪਾਂ, ਅਲਫਾ ਪਾਰਟੀਕਲ। ਅਤੇ ਹੁਣ ਆਹ ਨੂਮੈਰੀਕਲ ਵੀ ਇਹਦੇ ਦੇਖ ਲੈਂਦੇ ਹਾਂ। ਹੁਣ ਅੱਛਾ ਇਹਨੂੰ ਦੱਸ ਕਿ ਅਟੋਮਿਕ ਮੈਸ ਕਿਹੜਾ ਹੁੰਦਾ, ਅਟੋਮਿਕ ਨੰਬਰ ਕਿਹੜਾ ਹੁੰਦਾ, ਅਟੋਮਿਕ ਨੰਬਰ ਔਰ ਅਟੋਮਿਕ ਮੈਸ ਕਿਹੜਾ ਹੁੰਦਾ, ਠੀਕ ਆ। ਜਿਹੜਾ ਅਟੋਮਿਕ ਨੰਬਰ ਹੁੰਦਾ, ਮੈਂ ਤੈਨੂੰ ਕੀ ਕਿਹਾ, ਸਮ ਆਫ ਔਰ ਸਿਰਫ ਟੋਟਲ ਨੰਬਰ ਆਫ ਪ੍ਰੋਟੋਨ ਇਨ ਦਾ ਨਿਊਕਲੀਅਸ, ਟੋਟਲ ਨੰਬਰ ਆਫ ਪ੍ਰੋਟੋਨ। ਅਤੇ ਹੁਣ ਇਹਦੇ ਅੰਦਰ ਦੱਸ ਮੈਨੂੰ ਕਿਹੜਾ ਉਹ ਵਾ ਇਹਦਾ ਅਟੋਮਿਕ ਨੰਬਰ। ਇਹਦਾ ਅਟੋਮਿਕ ਨੰਬਰ ਆ 2। ਆ ਨਿਊਕਲੀਅਸ ਦੇ ਅੰਦਰ ਕਿੰਨੇ ਪ੍ਰੋਟੋਨ ਆ, 2 ਪ੍ਰੋਟੋਨ ਆ। ਹੁਣ ਇਹਦਾ ਅਟੋਮਿਕ ਮੈਸ ਕਿਹੜਾ ਹੋਊਗਾ, ਇਹਦਾ ਅਟੋਮਿਕ ਮੈਸ ਕਿਹੜਾ ਹੋਊਗਾ, ਅਟੋਮਿਕ ਮੈਸ ਮੈਂ ਤੁਹਾਨੂੰ ਕਿਹਾ ਸਮ ਆਫ ਪ੍ਰੋਟੋਨ ਪਲੱਸ ਨਿਊਟਰੋਨ, ਮਤਲਬ ਪ੍ਰੋਟੋਨ ਔਰ ਨਿਊਟਰੋਨ ਦਾ ਨੰਬਰ। ਅਤੇ ਉਹ ਹੋਊਗਾ ਆਪਣੇ ਕੋਲ 2 + 2 4, ਉਹ ਬਣ ਗਿਆ ਆਪਣੇ ਕੋਲ 4। ਇਹਦਾ ਕੀ ਅਟੋਮਿਕ ਮੈਸ, ਠੀਕ ਆ। ਹੁਣ ਮੈਂ ਤੈਨੂੰ ਕਿਹਾ ਜਿਹੜਾ ਅਟੋਮਿਕ ਮੈਸ ਹੁੰਦਾ ਉੱਤੇ ਲਿਖਿਆ ਜਾਂਦਾ, ਅਟੋਮਿਕ ਨੰਬਰ ਥੱਲੇ ਲਿਖਿਆ ਜਾਂਦਾ। ਆਹ ਹੀਲੀਅਮ ਹੈ ਨਾ, ਦੇਖ ਆਹ ਹੀਲੀਅਮ, ਇਹਦਾ ਉੱਤੇ ਕੀ ਲਿਖਿਆ ਹੈ, ਅਟੋਮਿਕ ਮੈਸ 2 + 2, ਠੀਕ ਆ। ਇਹ ਥੱਲੇ ਕੀ ਲਿਖਿਆ ਆ, ਅਟੋਮਿਕ ਨੰਬਰ, ਠੀਕ ਆ। ਹੁਣ ਆਪਾਂ MCQs ਦੇਖਦੇ ਹਾਂ। ਅੱਛਾ, ਹੁਣ ਆਹ ਦੇਖ MCQs ਦਿੱਤਾ ਹੈ ਇਹਨੇ, ਠੀਕ ਆ। ਹੁਣ ਅਲਫਾ ਪਾਰਟੀਕਲ ਇਮਿਟਿਡ ਫਰੋਮ ਆਹ ਐਟਮ ਸੀਗਾ ਰੇਡੀਅਮ 226 ਹੋਰ 88, ਠੀਕ ਆ। ਆਹ ਸੀਗਾ ਇੱਕ ਐਲੀਮੈਂਟ। ਹੁਣ ਮੈਂ ਤੈਨੂੰ ਕਿਹਾ ਜਿਹੜਾ ਅਟੋਮਿਕ ਮੈਸ ਹੁੰਦਾ ਉਹ ਉੱਤੇ ਵਾਲਾ ਹੁੰਦਾ, ਕਿਹੜਾ ਉੱਤੇ ਵਾਲਾ ਹੁੰਦਾ, ਆ 226 ਹੋਰ ਅਟੋਮਿਕ ਨੰਬਰ ਆ ਹੁੰਦਾ। ਹੁਣ ਅਲਫਾ ਪਾਰਟੀਕਲ ਕੀ ਹੁੰਦਾ, ਹੀਲੀਅਮ ਨਿਊਕਲਾਏ। ਹੀਲੀਅਮ ਦਾ ਜਿਹੜਾ ਸਿਰਫ ਨਿਊਕਲੀਅਸ, ਉਹ ਐਟਮ ਦੇ ਅੰਦਰ ਤਾਂ ਇਲੈਕਟ੍ਰੋਨ ਵੀ ਹੁੰਦੇ ਨਾ, ਇਲੈਕਟ੍ਰੋਨਾਂ ਨੂੰ ਆਪਾਂ ਬਾਹਰ ਕੱਢ ਕੇ ਅਤੇ ਹੀਲੀਅਮ ਦੇ ਜਿਹੜਾ ਨਿਊਕਲੀਅਸ ਦੇ ਅੰਦਰ ਕੰਟੈਂਟ ਹੁੰਦਾ ਨਾ, ਉਹਨੂੰ ਕਹਿੰਦੇ ਹੀਲੀਅਮ
ਨਿਊਕਲਾਈ ਉਹਨੂੰ ਹੀ ਆਪਾਂ ਕਹਾਂਗੇ ਅਲਫਾ ਪਾਰਟੀਕਲ। ਹੁਣ ਕਹਿ ਰਿਹਾ ਅਲਫਾ ਪਾਰਟੀਕਲ ਇਜ਼ ਇਮਿਟਡ ਫਰੋਮ ਇਹਦੇ ਅੰਦਰੋਂ ਆ 88 ਅਟੋਮਿਕ ਨੰਬਰ ਵਾਲਾ ਰੇਡੀਅਨ ਹੈ ਨਾ, ਇਹਦੇ 'ਚ ਨਿਕਲਿਆ। ਵਟ ਇਜ਼ ਦਾ ਮੈਸ ਐਂਡ ਅਟੋਮਿਕ ਨੰਬਰ ਆਫ ਦੀ ਡਾਟਰ ਨਿਊਕਲੀਅਸ। ਹੁਣ ਡਾਟਰ ਨਿਊਕਲੀਅਸ ਕੀ ਹੁੰਦਾ, ਦੇਖ ਪੈਰੈਂਟ ਜਿਹੜਾ ਨਿਊਕਲੀਅਸ ਨਾ ਉਹ ਆ ਪੈਰੈਂਟ ਆਹ ਰੇਡੀਅਨ ਵਾਲਾ, ਠੀਕ ਆ 226 88 ਆ ਪੈਰੈਂਟ ਆ। ਹੁਣ ਇਹਦੇ ਅੰਦਰੋਂ ਅਲਫਾ ਪਾਰਟੀਕਲ ਨਿਕਲ ਗਿਆ, ਅਤੇ ਫਿਰ ਉਹ ਜਿਹੜਾ ਅਲਫਾ ਪਾਰਟੀਕਲ ਨਿਕਲ ਗਿਆ ਅਤੇ ਜਿਹੜਾ ਬਣੂਗਾ ਨਾ ਉਹ ਬਣੂਗਾ ਡਾਟਰ, ਸਹੀ ਆ। ਹੁਣ ਅਲਫਾ ਪਾਰਟੀਕਲ ਨਿਕਲੂਗਾ, ਦੇਖ ਅਲਫਾ ਪਾਰਟੀਕਲ ਆਹ 4/2 ਅਤੇ ਕੀ ਫਰਕ ਪਊਗਾ ਆਲੇ ਐਲੀਮੈਂਟ ਦੇ ਉੱਤੇ, ਆ ਐਲੀਮੈਂਟ ਦੇਖ। ਹੁਣ ਇਹਦੇ ਅੰਦਰੋਂ ਉੱਤੇ ਅਟੋਮਿਕ ਮੈਸ 'ਚ 4 ਨੰਬਰ ਮਾਈਨਸ ਹੋ ਜਾਣਗੇ, 4 ਨੰਬਰ ਕੀ ਹੋ ਜਾਣਗੇ ਮਾਈਨਸ, ਕਿਉਂਕਿ ਹੀਲੀਅਮ ਦਾ ਅਟੋਮਿਕ ਮੈਸ ਹੁੰਦਾ 4 ਔਰ ਰੇਡੀਅਮ 'ਚ ਹੀਲੀਅਮ ਨਿਕਲੂਗਾ 4 ਕੱਟ ਕੇ ਉੱਤੇ ਕੀ ਬਚ ਜੂਗਾ ਆਪਣੇ ਕੋਲ 22 ਔਰ 222, ਠੀਕ ਆ। ਹੋਰ ਥੱਲੇ ਦੇਖ 88 ਹੈ ਨਾ ਅਟੋਮਿਕ ਨੰਬਰ, ਇਹਦਾ ਕੀ 88, ਹੀਲੀਅਮ ਦਾ ਕਿੰਨਾ 2 ਨਿਕਲੂਗਾ ਅਤੇ ਕਿੰਨਾ ਬਚ ਜੂਗਾ ਥੱਲੇ 86। ਹੁਣ ਇਹਦੇ 'ਚੋਂ ਦੱਸ ਆਪਸ਼ਨ ਕਿਹੜਾ ਠੀਕ ਆ, ਆਹ ਸੀ ਵਾਲਾ ਆਪਸ਼ਨ, ਸਮਝ ਆਈ ਇੱਥੋਂ ਦੇ। ਹੁਣ ਇਹਦੇ 'ਚ ਅਗਲਾ ਇੱਕ MCQ ਦਿੱਤਾ ਹੋਇਆ। ਹੁਣ ਇਹਦੇ ਅੰਦਰ ਵੀ ਦੇ ਆਹ ਇੱਕ ਐਟਮ ਦਿੱਤਾ ਹੋਇਆ, ਇੱਕ ਐਲੀਮੈਂਟ ਦਿੱਤਾ ਹੈ, ਉਹ ਡਿਕੇ ਕਰਦਾ, ਠੀਕ ਆ। ਉਹਦਾ ਅਟੋਮਿਕ ਮੈਸ ਆ 220 ਹੋਰ ਉਹਦਾ ਅਟੋਮਿਕ ਨੰਬਰ 86। ਉਹਨੇ ਕਹਿੰਦਾ 2 ਅਲਫਾ ਪਾਰਟੀਕਲ ਨਿਕਲੇ, ਪਹਿਲੇ 'ਚ ਇੱਕ ਨਿਕਲਿਆ, ਇੱਥੇ 2, ਮਤਲਬ 2 ਹੀਲੀਅਮ ਦੇ ਨਿਊਕਲਾਈ ਪਲੱਸ 2 ਹੀਲੀਅਮ ਦੇ ਨਿਊਕਲਾਈ। ਇਹਦਾ ਤਾਂ ਬਹੁਤ ਆਸਾਨ ਆ, ਦੇਖ 2 ਨਿਕਲ ਰਹੇ ਨਾ, ਇੱਕ ਦਾ ਅਟੋਮਿਕ ਮੈਸ 4, ਇੱਕ ਦਾ ਅਟੋਮਿਕ ਮੈਸ 4 ਆ, 4 + 4 ਆ ਕਿੰਨਾ ਬਣ ਗਿਆ 8 ਬਣ ਗਿਆ। ਹੋਰ ਅਟੋਮਿਕ ਨੰਬਰ ਕਿੰਨਾ ਵਾ, ਅਟੋਮਿਕ ਨੰਬਰ 2 + 2 ਆ ਬਣ ਗਿਆ 4 ਅਟੋਮਿਕ ਨੰਬਰ, ਮਤਲਬ ਇਹਦੇ ਅੰਦਰੋਂ ਦੀ ਆਪਾਂ 8 ਕੱਢ ਦਾਂਗੇ ਅਟੋਮਿਕ ਮੈਸ, ਇਹਦੇ 'ਚੋਂ 8 ਮਾਈਨਸ ਕਰ ਦਾਂਗੇ ਅਟੋਮਿਕ ਮੈਸ, ਹੋਰ 4 ਕੱਢ ਦਾਂਗੇ ਕੀ 4 ਕੱਢ ਦਾਂਗੇ ਅਟੋਮਿਕ ਨੰਬਰ, ਕਿਉਂਕਿ 2 ਅਲਫਾ ਪਾਰਟੀਕਲ ਲਿਮਿਟ ਹੋਏ ਆ। ਅਤੇ ਦੇਖ ਇਹਦੇ 'ਚੋਂ 8 ਕੱਢਾਂਗੇ ਅਤੇ ਉੱਤੇ ਵਾਲਾ ਬਣ ਜੂਗਾ 12 212, ਥੱਲੇ ਲਾ ਕਿ 86 'ਚੋਂ ਅਗਰ ਆਪਾਂ 4 ਕੱਢਾਂਗੇ ਅਟੋਮਿਕ ਨੰਬਰ ਅਤੇ ਉਹ ਬਣ ਜਾਊਗਾ 82। ਅਤੇ ਹੁਣ ਆ ਦੇਖ ਆ ਬੀ ਵਾਲਾ ਆਪਸ਼ਨ ਠੀਕ ਨਹੀਂ ਆ। ਹੁਣ ਇਹਦੇ ਤੋਂ ਬਾਅਦ ਆਪਾਂ ਦੂਜਾ ਦੇਖ ਰਹੇ ਹਾਂ, ਆਹ ਦੇਖ। ਅੱਛਾ ਇੱਕ ਹੋਰ ਚੀਜ਼, ਜਦੋਂ ਉਹ ਤਾਂ ਅਲਫਾ ਪਾਰਟੀਕਲ ਸੀ ਨਾ, ਹੁਣ ਬੀਟਾ ਪਾਰਟੀਕਲ ਤੁਹਾਨੂੰ ਦੱਸਦਾ। ਅਗਰ ਬੀਟਾ ਪਾਰਟੀਕਲ 2 ਤਰ੍ਹਾਂ ਦੇ ਆ, ਇੱਕ ਨੈਗੇਟਿਵ ਔਰ ਇੱਕ ਪੋਜ਼ੀਟਿਵ, ਬਸ ਤੂੰ ਆਹ ਯਾਦ ਕਰ ਲਾ। ਜਦੋਂ ਅਗਰ ਬੀਟਾ ਨੈਗੇਟਿਵ ਇਮਿਟ ਹੋਊਗਾ ਨਾ, ਮਤਲਬ ਇੱਕ ਐਲੀਮੈਂਟ 'ਚੋਂ ਬੀਟਾ ਨੈਗੇਟਿਵ ਨਿਕਲੂਗਾ ਤਾਂ ਉਹਦਾ ਆਟੋਮਿਕ ਨੰਬਰ ਵੱਧ ਜਾਊਗਾ। ਮਤਲਬ ਜਿੱਦਾਂ ਇੱਥੇ ਰੇਡੀਅਮ ਸੀ ਨਾ, ਉਹ ਮਤਲਬ ਉਹਦਾ ਲਿਖਿਆ ਹੋਇਆ ਸੀ 8 88, ਅਤੇ ਇੱਥੇ ਸਮਝੋ ਮਿਸਾਲ ਦੇ ਤੌਰ 'ਤੇ ਮੈਂ ਕਰ ਰਿਹਾ 44। ਇਹਦੇ ਅੰਦਰ ਜਦੋਂ ਆਹ ਬੀਟਾ ਨੈਗੇਟਿਵ ਨਿਕਲੂਗਾ ਨਾ ਅਤੇ ਇਹਦਾ ਅਟੋਮਿਕ ਨੰਬਰ ਵੱਧ ਜੂਗਾ, ਅਤੇ ਆਹ ਕੀ ਬਣ ਜੂਗਾ 88 44 + 1 ਕੀ ਬਣ ਗਿਆ 45। ਅਗਰ ਬੀਟਾ ਪਲੱਸ ਨਿਕਲੂਗਾ ਤਾਂ ਫਿਰ ਆ ਜਿਹੜਾ ਅਟੋਮਿਕ ਨੰਬਰ ਘੱਟ ਹੋ ਜੂਗਾ। ਅਗਰ ਆਹੀ ਐਟਮ ਦੇ ਅੰਦਰੋਂ ਦੀ ਬੀਟਾ ਪਲੱਸ ਨਿਕਲੂਗਾ, ਦੇਖ ਪਲੱਸ ਅਗਰ ਬੀਟਾ ਨਿਕਲੂਗਾ ਨਾ ਤਾਂ ਉੱਥੇ ਮਾਈਨਸ ਹੋ ਜੂਗਾ, ਅਤੇ ਆਹ ਕੀ ਬਣ ਜੂਗਾ 88। ਅੱਛਾ ਅਟੋਮਿਕ ਮੈਸ ਦੇ ਅੰਦਰ ਕੋਈ ਫਰਕ ਨਹੀਂ ਪੈਣਾ। ਹੋਰ ਲੇਕਿਨ ਆ ਥੱਲੇ ਕੀ ਹੋਗਾ 43 ਬਣ ਜੂਗਾ। ਹੁਣ ਇੱਥੋਂ ਤੈਨੂੰ ਕੀ ਸਮਝ ਆਇਆ, ਜਦੋਂ ਬੀਟਾ ਨੈਗੇਟਿਵ ਇਮਿਟ ਹੋਊਗਾ ਅਟੋਮਿਕ ਨੰਬਰ ਵੱਧ ਜਾਊਗਾ, ਅਤੇ ਅਗਰ ਬੀਟਾ ਪੋਜ਼ੀਟਿਵ ਇਮਿਟ ਹੋਊਗਾ ਤਾਂ ਅਟੋਮਿਕ ਨੰਬਰ ਘੱਟ ਹੋ ਜੂਗਾ। ਹੁਣ ਆਹ ਦੇਖ ਇਹਨਾਂ ਨੇ। ਅੱਛਾ ਹੋਰ ਇੱਥੇ ਤੁਹਾਨੂੰ ਦੱਸ ਦੇਣਾ, ਜਿਹੜੇ ਗੈਮਾ ਰੇਜ਼ ਹੁੰਦੀ ਨਾ, ਗੈਮਾ ਰੇਜ਼ ਅਲਫਾ ਪੜ੍ਹ ਲਈ, ਬੀਟਾ ਪੜ੍ਹ ਲਈ, ਔਰ ਗੈਮਾ ਰੇਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਨਾ ਅਟੋਮਿਕ ਮੈਸ 'ਚ ਨਾ ਅਟੋਮਿਕ ਨੰਬਰ 'ਚ, ਨੋ ਇਫੈਕਟ। ਜਦੋਂ ਗੈਮਾ ਰੇਜ਼ ਨਿਕਲੇਗੀ ਕੋਈ ਫਰਕ ਨਹੀਂ ਪੈਣਾ, ਠੀਕ ਆ। ਹੁਣ ਆਹ ਦੇਖ ਇੱਕ ਐਲੀਮੈਂਟ X, ਉਹਦੇ 'ਚ ਪਹਿਲੇ ਅਲਫਾ ਰੇਜ਼ ਨਿਕਲੀ, ਫਿਰ ਉਹ X1 ਬਣਿਆ, ਉਹਦੇ 'ਚ ਫਿਰ ਬੀਟਾ ਨੈਗੇਟਿਵ ਨਿਕਲਿਆ, ਫਿਰ ਉਹ X2 ਬਣ ਗਿਆ, ਫਿਰ ਅਲਫਾ ਨਿਕਲਿਆ, ਫਿਰ X3। ਹੁਣ X ਦਾ ਜਿਹੜਾ ਅਟੋਮਿਕ ਮੈਸ ਉਹਨੇ ਦਿੱਤਾ ਹੋਇਆ ਵਾ ਕਿੰਨਾ ਵਾ 180, ਫਿਰ ਦਿੱਤਾ ਹੋਇਆ 72। ਹੁਣ ਇੱਥੇ ਦੇਖ ਸੋਲਵ ਕਰ, ਆ X ਹੈ ਨਾ X, ਠੀਕ ਆ। ਇਹਦਾ ਕਿੰਨਾ ਅਟੋਮਿਕ ਮੈਸ ਆ 180, ਅਤੇ ਇਹਦਾ ਅਟੋਮਿਕ ਨੰਬਰ ਕਿੰਨਾ 72। ਪਹਿਲੇ ਅਲਫਾ ਰੇਜ਼ ਨਿਕਲੀ, ਅਲਫਾ ਰੇਜ਼ ਦੇ ਅੰਦਰ ਕੀ ਹੁੰਦਾ ਹੀਲੀਅਮ ਹੁੰਦਾ ਨਾ ਅਲਫਾ ਰੇਜ਼, ਮਤਲਬ ਆ 4/2 4 ਅਟੋਮਿਕ ਮੈਸ ਘੱਟ ਜੂਗਾ, 2 ਅਟੋਮਿਕ ਨੰਬਰ ਘੱਟ ਜੂਗਾ, ਅਤੇ ਆਹ ਕੀ ਬਣ ਜੂਗਾ ਆਪਣੇ ਕੋਲ 180 'ਚੋਂ 4 ਕੱਢ ਕਿੰਨਾ ਬਣੇਗਾ 176 176। ਅਤੇ ਫਿਰ ਹੋਰ ਕੀ ਬਣਿਆ 176 'ਚੋਂ 72 'ਚੋਂ 2 ਕੱਢ ਕਿੰਨਾ ਬਣ ਗਿਆ 70। ਫਿਰ ਉਹਦੇ ਬਾਅਦ ਬੀਟਾ ਨੈਗੇਟਿਵ ਨਿਕਲ ਰਿਹਾ,
ਬੀਟਾ ਨੈਗੇਟਿਵ ਦਾ ਮੈਂ ਤੁਹਾਨੂੰ ਕਿਹਾ ਅਗਰ ਨੈਗੇਟਿਵ ਹੋਊਗਾ ਤਾਂ ਐਟੋਮਿਕ ਨੰਬਰ ਵੱਧ ਜਾਊਗਾ। ਬੀਟਾ ਨੈਗੇਟਿਵ ਨਿਕਲ ਕੀ ਬਣ ਗਿਆ x2। ਹੁਣ x2 ਕੀ ਬਣੂਗਾ, x2 ਬਣੂਗਾ ਅਟੋਮਿਕ ਮੈਸ ਤੇ ਕੋਈ ਫਰਕ ਨਹੀਂ ਪਊਗਾ ਬੀਟਾ ਰੇਜ਼ ਦੀ ਮਿਸ਼ਨ ਦੇ ਨਾਲ, ਉਹ 176 ਹੀ ਰਹੂਗਾ। ਲੇਕਿਨ ਆ ਨੈਗੇਟਿਵ ਆ ਤੇ ਐਟੋਮਿਕ ਨੰਬਰ ਕੀ ਹੋਊਗਾ, ਵੱਧ ਜਾਊਗਾ। ਐਟੋਮਿਕ ਨੰਬਰ ਆਹ ਬਣ ਗਿਆ, x2 ਆਪਣੇ ਕੋਲ ਬਣ ਗਿਆ ਆਹ। ਹੁਣ ਉਹਦੇ ਤੋਂ ਬਾਅਦ ਕੀ ਇਮਿਟ ਹੁੰਦਾ, ਫਿਰ ਦੁਬਾਰਾ ਅਲਫਾ ਰੇਜ਼ ਨਿਕਲ ਜਾਂਦੀ ਹੈ ਵਿੱਚੋਂ ਦੇ। ਦੇਖ x2 ਬਣਿਆ ਨਾ, ਫਿਰ x2 ਚ ਅਲਫਾ ਰੇਜ਼ ਨਿਕਲ ਕੇ ਕੀ ਬਣਦੀ x3। ਹੁਣ x3 ਕਿੱਦਾਂ ਬਣੂਗਾ, ਇਹਨਾਂ ਚੋਂ ਅਲਫਾ ਰੇਜ਼ ਨਿਕਲੂਗੀ। ਅਲਫਾ ਰੇਜ਼ ਤੁਹਾਨੂੰ ਪਤਾ ਅਟੋਮਿਕ ਮੈਸ 4 ਘਟ ਜੂਗਾ, ਆਹ 172 ਬਣ ਜੂਗਾ, ਅਤੇ ਆ ਥੱਲੇ ਜਿਹੜਾ 2 ਘਟ ਜੂਗਾ, ਆਹ 69 ਬਣ ਜੂਗਾ। ਠੀਕ ਆ। ਹੁਣ x3 ਤੋਂ ਬਾਅਦ ਫਿਰ ਗੈਮਾ ਰੇਜ਼ ਨਿਕਲੀ। ਗੈਮਾ ਰੇਜ਼ ਦਾ ਮੈਂ ਤੁਹਾਨੂੰ ਕਿਹਾ ਕੋਈ ਫਰਕ ਨਹੀਂ ਪੈਂਦਾ, ਅਤੇ ਆਪਣੇ ਕੋਲ x4 ਜਿਹੜਾ ਹੋਊਗਾ ਉਹ ਕੀ ਬਣੂਗਾ, ਆਹੀ 172 ਅਟੋਮਿਕ ਮੈਸ ਅਤੇ 69 ਕੀ ਬਣੂਗਾ, 69 ਅਟੋਮਿਕ ਨੰਬਰ। ਅਤੇ ਇੱਥੇ ਆ ਦੇਖ ਆ ਆਪਸ਼ਨ ਹੈਗਾ ਨਾ ਬੀ, ਕਿੰਨਾ ਸੌਖਾ ਜਿਹਾ ਸੀਗਾ। ਫਿਰ ਥੱਲੇ ਇੱਕ MCQs ਦਿੱਤਾ ਹੋਇਆ ਇਹਨਾਂ ਨੇ, ਆ ਲੱਗਦਾ ਆਖਰੀ ਨਹੀਂ ਇਹ ਹੋਗੇ, ਅੱਗੇ ਹੈਗੇ MCQs। ਅਤੇ ਹੁਣ ਆਹ ਦੇ ਕਿੰਨਾ ਸੌਖਾ, ਆ ਇੱਕ ਐਲੀਮੈਂਟ ਆ, ਇਹਦੇ ਅੰਦਰੋਂ ਦੋ ਸਕਸੈਸਿਵ ਦੋ ਹੁਣ ਇੱਥੇ 2 ਨਿਕਲੇ ਆ ਕਿ ਨੈਗੇਟਿਵ ਬੀਟਾ ਰੇਜ਼। ਤੁਹਾਨੂੰ ਕਿਹਾ ਅਗਰ ਬੀਟਾ ਨੈਗੇਟਿਵ ਹੋਣਗੇ ਤਾਂ ਫਿਰ ਕੀ ਹੋਊਗਾ, ਅਗਰ ਬੀਟਾ ਨੈਗੇਟਿਵ ਹੋ ਗਏ ਅਤੇ ਅਟੋਮਿਕ ਨੰਬਰ ਵਧੂਗਾ, ਅਟੋਮਿਕ ਮੈਸ ਸੇਮ ਰਹੂਗਾ, ਅਟੋਮਿਕ ਨੰਬਰ ਵੱਧ ਜੂਗਾ। ਅਤੇ ਆ ਦੇਖ ਆਹ ਕੰਪਾਊਂਡ ਹਨ CD115 ਔਰ 48। ਪਹਿਲੀ ਬੀਟਾ ਰੇਜ਼ ਨਿਕਲੀ ਅਤੇ ਅਟੋਮਿਕ ਨੰਬਰ 1 ਨਾਲ ਵੱਧ ਜੂਗਾ, ਅਤੇ 115 ਅਤੇ ਹੋ ਗਿਆ 49। ਫਿਰ ਦੂਜੀ ਨਿਕਲੋਗੇ ਫਿਰ ਅਟੋਮਿਕ ਨੰਬਰ ਵੱਧ ਜੂਗਾ ਅਤੇ ਅਟੋਮਿਕ ਮੈਸ ਸੇਮ ਰਹੂਗਾ, ਆਹ ਹੋ ਗਿਆ 115 ਅਤੇ 50। ਠੀਕ ਆ। ਆ ਦੇਖ ਹੁਣ ਆਹ ਆ ਰਿਹਾ ਕਿਤੇ, ਤੂੰ ਆਹ ਨਹੀਂ ਦੇਖਣਾ ਕਿ ਆ ਦੇਖ CD ਸੀਗਾ ਅਤੇ ਇੱਥੇ ਅਲੱਗ ਹੋ ਗਿਆ, ਆਹ ਨਹੀਂ ਦੇਖਣਾ। ਤੂੰ ਆ ਦੇਖਣਾ ਅਟੋਮਿਕ ਮੈਸ ਔਰ ਅਟੋਮਿਕ ਨੰਬਰ ਕਿਹਦੇ ਨਾਲ ਮਿਲਣ ਦਿਆ, ਆ ਪਹਿਲੇ ਨਾਲ ਮਿਲਣ ਦਿਆ। ਠੀਕ ਆ, ਇੱਦਾਂ ਕਰਕੇ ਤੇਰਾ ਕਰੈਕਟ ਹੋ ਗਿਆ ਆਨਸਰ। ਹੁਣ ਆਹ ਵਾਲਾ ਜਿਹੜਾ MCQs ਹੈ ਨਾ, ਦੇਖ ਆ ਲਿਖਿਆ ਅ ਨਿਊਕਲੀਅਸ ਵਿਦ ਮੈਸ ਨੰਬਰ A ਐਂਡ ਅਟੋਮਿਕ ਨੰਬਰ ਅੰਡਰਗੋਜ਼ ਬੀਟਾ ਡਿਕੇ। ਕਹਿ ਰਿਹਾ ਬੀਟਾ ਡਿਕੇ। ਹੁਣ ਇੱਥੇ ਆ ਨਹੀਂ ਦੱਸਿਆ ਉਹਨੇ ਬੀਟਾ ਨੈਗੇਟਿਵ ਡਿਕੇ ਹੋ ਰਿਹਾ ਜਾਂ ਪੋਜ਼ੀਟਿਵ ਡਿਕੇ ਹੋ ਰਿਹਾ। ਠੀਕ ਆ। ਅਤੇ ਅੱਛਾ ਬੀਟਾ ਨੈਗੇਟਿਵ ਡਿਕੇ ਹੋ ਰਿਹਾ। ਹੁਣ ਤੁਹਾਨੂੰ ਪਤਾ ਬੀਟਾ ਨੈਗੇਟਿਵ ਦੇ ਅੰਦਰ ਕੀ ਹੋਊਗਾ, ਬੀਟਾ ਨੈਗੇਟਿਵ ਦੇ ਅੰਦਰ ਜਿਹੜਾ ਅਟੋਮਿਕ ਨੰਬਰ ਹੁੰਦਾ ਉਹ ਅਟੋਮਿਕ ਨੰਬਰ ਵੱਧ ਜਾਂਦਾ +1 ਦੇ ਨਾਲ, ਅਤੇ ਅਟੋਮਿਕ ਮੈਸ ਸੇਮ ਰਹਿੰਦਾ। ਦੇਖ ਹੁਣ ਇਹ ਜਿਹੜਾ ਵਾ ਆਹ ਕੀ ਆ ਅਟੋਮਿਕ ਮੈਸ, ਅਤੇ Z ਕੀ ਅਟੋਮਿਕ ਨੰਬਰ, ਅਤੇ ਆਹ ਸਹੀ ਨਹੀਂ ਆ। ਆ Z+1 ਮਤਲਬ Z ਦਾ ਮੁਰਾਦ ਹੁੰਦਾ ਅਟੋਮਿਕ ਨੰਬਰ। ਕੀ ਹੁੰਦਾ, ਅਟੋਮਿਕ ਨੰਬਰ। ਅਤੇ ਇਹ ਜਿਹੜਾ ਹੁੰਦਾ ਉਹ ਅਟੋਮਿਕ ਮੈਸ ਹੁੰਦਾ। ਮੈਂ ਸ਼ੁਰੂ 'ਚ ਵੀ ਤੈਨੂੰ ਆਹੀ ਦੱਸਿਆ। ਠੀਕ ਆ। ਅਤੇ ਇਹਦਾ ਆਪਸ਼ਨ ਆਹ ਡੀ। ਫਿਰ ਨਿਕਲਿਆ ਨਿਊਕਲੀਅਸ ਵਿਦ ਮਾਸ ਨੰਬਰ A ਐਂਡ ਅਟੋਮਿਕ ਨੰਬਰ ਅੰਡਰਗੋਜ਼ ਬੀਟਾ ਪੋਜ਼ੀਟਿਵ ਡਿਕੇ। ਹੁਣ ਇੱਥੇ ਜ਼ਿਕਰ ਹੈ ਬੀਟਾ ਪੋਜ਼ੀਟਿਵ ਡਿਕੇ ਦਾ। ਬੀਟਾ ਪੋਜ਼ੀਟਿਵ ਦਾ ਉਲਟਾ ਹੁੰਦਾ। ਮੈਂ ਤੈਨੂੰ ਕਿਹਾ ਬੀਟਾ ਡਿਕੇ ਦੇ ਅੰਦਰ ਅਟੋਮਿਕ ਮੈਸ ਹਮੇਸ਼ਾ ਸੇਮ ਰਹੂਗਾ। ਫਰਕ ਜਿਹੜੀ ਚੀਜ਼ ਨੂੰ ਪਊਗਾ ਉਹ ਪਊਗਾ ਆਪਾਂ ਨੂੰ ਕਿਹਦੇ ਅੰਦਰ ਫਰਕ ਪਊਗਾ, ਸਿਰਫ ਅਟੋਮਿਕ ਨੰਬਰ। ਬੀਟਾ ਨੈਗੇਟਿਵ ਦੇ ਅੰਦਰ ਅਟੋਮਿਕ ਨੰਬਰ ਵੱਧ ਜਾਂਦਾ ਜਿੱਦਾਂ ਆਲੀ MCQs ਦੇ ਅੰਦਰ ਆਪਾਂ ਦੇਖਿਆ, ਔਰ ਬੀਟਾ ਪੋਜ਼ੀਟਿਵ ਦੇ ਅੰਦਰ ਘੱਟ ਹੋ ਜੂਗਾ। ਦੇਖ ਅਟੋਮਿਕ ਨੰਬਰ ਰਹੂਗਾ ਸੇਮ, E ਆਪਸ਼ਨ। ਅਟੋਮਿਕ ਮੈਸ ਰਹੂਗਾ ਸੇਮ, ਅਟੋਮਿਕ ਨੰਬਰ ਹੋਊਗਾ 1 ਘੱਟ ਜੂਗਾ, ਅਤੇ ਇਹਦਾ ਆਪਸ਼ਨ E ਠੀਕ ਆ। ਠੀਕ ਆ। ਅੱਗੇ ਦੇਖਦਾ ਹੋਰ ਕੋਈ MCQs ਹੈਗਾ। ਆ ਗਿਆ MCQs ਹੋਰ। ਹੁਣ ਦੇਖ ਅਲਫਾ ਰੇਜ਼ ਇਮਿਟਡ ਫਰੋਮ ਰੇਡੀਓ ਐਕਟਿਵ ਸਬਸਟੈਂਸਿਸ ਆਰ। ਅਲਫਾ ਰੇਜ਼ ਕੀ ਹੁੰਦੀ ਹੈ, ਪਹਿਲੇ ਤੁਹਾਨੂੰ ਪਤਾ ਪੋਜ਼ੀਟਿਵ ਚਾਰਜ ਹੁੰਦੀ ਆ। ਹੁਣ ਆ ਲਿਖਿਆ ਨੈਗੇਟਿਵਲੀ ਚਾਰਜ, ਆ ਤਾਂ ਬਿਲਕੁਲ ਗਲਤ ਹੋ ਗਿਆ। ਡਿਓਟਰੋਨ ਆ ਲਫ਼ਜ਼ ਮੈਂ ਸੁਣਿਆ ਹੀ ਨਹੀਂ, ਅਤੇ ਮਤਲਬ ਇੱਕ ਤੂੰ ਗਲਤ ਕਰ ਦੇ ਨੂੰ। ਆ ਹਾਈਡਰੋਜਨ ਨਿਊਕਲਾਈ, ਆ ਵੀ ਤਾਂ ਗਲਤ। ਹੀਲੀਅਮ ਨਿਊਕਲਾਈ ਹੁੰਦਾ, ਐਟਮ ਨਹੀਂ ਹੁੰਦਾ। ਹੀਲੀਅਮ ਨਿਊਕਲਾਈ ਹੁੰਦਾ, ਐਟਮ ਨਹੀਂ ਹੁੰਦਾ। ਆ ਮੈਂ ਤੈਨੂੰ ਉਦੋਂ ਹੀ ਸਮਝਾਇਆ ਨਾ ਕਿ ਦੇਖ ਅਗਰ ਆ ਹੀਲੀਅਮ ਐਟਮ ਆ, ਇਹਦੇ ਇਰਦ ਗਿਰਦ ਇੱਦਾਂ ਇਲੈਕਟ੍ਰੋਨ ਆ, ਇੱਥੇ 2 ਪ੍ਰੋਟੋਨ ਆ 2 ਨਿਊਟਰੋਨ ਆ। ਠੀਕ ਆ। ਅਤੇ ਅਗਰ ਇਹਨੂੰ ਆਪਾਂ ਪੂਰੇ ਨੂੰ ਨਹੀਂ ਕਹਾਂਗੇ ਕਿ ਆਹ ਹੀਲੀਅਮ ਨਿਊਕਲਾਈ ਜਾਂ ਅਲਫਾ ਪਾਰਟੀਕਲ ਆ। ਅਲਫਾ ਪਾਰਟੀਕਲ ਕਿਦੋਂ ਬਣੂਗਾ, ਜਦੋਂ ਆਹ ਜਿਹੜੇ ਇਲੈਕਟ੍ਰੋਨ ਆ ਰਿਮੂਵ ਹੋ ਜਾਣ, ਹੋਰ ਸਿਰਫ ਆਪਾਂ ਆਹ ਜਿਹੜਾ ਨਿਊਕਲੀਅਸ ਨੂੰ ਹੀ ਰਿਪਰੈਜ਼ੈਂਟ ਕਰੀਏ। ਨਿਊਕਲੀਅਸ ਵੀ ਕਿਹੜਾ ਹੀਲੀਅਮ ਦਾ, ਉਹਨੂੰ ਆਪਾਂ ਕਹਾਂਗੇ ਅਲਫਾ ਪਾਰਟੀਕਲ। ਅੱਛਾ ਹੁਣ ਆਹ ਦੇਖ ਬੀਟਾ ਰੇਜ਼ ਇਮਿਟਡ ਬਾਈ ਰੇਡੀਓ ਐਕਟਿਵ ਮਟੀਰੀਅਲ। ਹੁਣ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਆ ਨਹੀਂ ਹੁੰਦੀ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੁੰਦੀ ਆ ਗੈਮਾ ਰੇਜ਼। ਇਲੈਕਟ੍ਰੋਨ ਔਰਬਿਟਿੰਗ ਅਰਾਊਂਡ ਦਾ ਨਿਊਕਲੀਅਸ, ਆ ਤਾਂ ਬਿਲਕੁਲ ਵੀ ਨਹੀਂ।
ਹੁੰਦੇ ਇਲੈਕਟ੍ਰੋਨਸ ਆਰਬਿਟਿੰਗ ਅਰਾਊਂਡ ਦਾ ਨਿਊਕਲੀਅਰ ਦੇਖ ਨਿਊਕਲੀਅਰ ਫਿਜ਼ਿਕਸ ਚੈਪਟਰ ਆਪਾਂ ਪੜ੍ਹਨ ਦੇ ਆ ਉਹਦੇ ਨਾਲ ਆਪਾਂ ਕਿਹੜੀ ਚੀਜ਼ ਦੇ ਨਾਲ ਰਿਲੇਟ ਕਰਾਂਗੇ ਸਿਰਫ ਨਿਊਕਲੀਅਸ ਔਰ ਨਿਊਕਲੀਅਸ ਦੇ ਅੰਦਰੋਂ ਨਿਕਲਦੇ ਆ ਨੈਗੇਟਿਵਲੀ ਚਾਰਜ ਜਾਂ ਪੋਜ਼ਿਟਿਵਲੀ ਚਾਰਜ ਸਹੀ ਆ ਉਹ ਹੁਣ ਤੋਂ ਬੀਟਾ ਪੋਜ਼ਿਟਿਵ ਵੀ ਦੇਖਿਆ ਬੀਟਾ ਨੈਗੇਟਿਵ ਮਤਲਬ ਬੀਟਾ ਨੈਗੇਟਿਵ ਵੀ ਹੋ ਸਕਦੇ ਆ ਔਰ ਪੋਜ਼ਿਟਿਵ ਵੀ ਹੋ ਸਕਦੇ ਆ ਮਤਲਬ ਬੀਟਾ ਕਿਹੜੇ ਹੋਣਗੇ ਚਾਰਜ ਪਾਰਟੀਕਲ ਆ ਹੋਰ ਕੌਣ ਰਿਲੀਜ਼ ਕਰੂਗਾ ਨਿਊਕਲੀਅਸ ਰਿਲੀਜ਼ ਕਰੂਗਾ ਬਾਹਰ ਵਾਲੇ ਇਲੈਕਟ੍ਰੋਨ ਨੂੰ ਆਪਾਂ ਬੀਟਾ ਪਾਰਟੀਕਲ ਨਹੀਂ ਕਹਾਂਗੇ ਹੋਰ ਆ ਲਿਖਿਆ ਨਿਊਟਰਲ ਪਾਰਟੀਕਲ ਆਦੇ ਬੀਟਾ ਤੇ ਪੋਜ਼ਿਟਿਵ ਹੁੰਦੇ ਤੇ ਨੈਗੇਟਿਵ ਹੁੰਦੇ ਆ ਨਿਊਟਰਲ ਪਾਰਟੀਕਲ ਹੋ ਸਕਦੇ ਨਹੀਂ ਹੋ ਸਕਦੇ ਠੀਕ ਆ ਤੇ ਫਿਰ ਇਹਦਾ ਕਰੈਕਟ ਆਪਸ਼ਨ ਕੀ ਆ ਸੀ ਚਾਰਜ ਪਾਰਟੀਕਲ ਇਮਿਟਡ ਬਾਈ ਨਿਊਕਲੀਅਸ ਨਿਊਕਲੀਅਸ ਤੋਂ ਰਿਲੀਜ਼ ਹੁੰਦੇ ਆ ਹੋਰ ਚਾਰਜ ਹੁੰਦੇ ਆ ਮਤਲਬ ਆ ਪੋਜ਼ਿਟਿਵ ਵੀ ਹੋ ਸਕਦੇ ਨੈਗੇਟਿਵ ਵੀ ਹੋ ਸਕਦੇ ਹੁਣ ਗੈਮਾ ਰੇਜ਼ ਦਾ ਆ ਰਿਹਾ ਗੈਮਾ ਰੇਜ਼ ਦਾ ਤੂੰ ਐਗਜ਼ਾਮਪਲ ਯਾਦ ਕਰ ਲਈ ਕਿ ਯਾਰ ਫੋਟੋਨ ਹੁੰਦੇ ਆ ਮਾਸਲੈਸ ਵਗੈਰਾ ਸਪੀਡ ਆਫ ਲਾਈਟ ਦੇ ਨਾਲ ਟਰੈਵਲ ਕਰਦੇ ਆ ਇਲੈਕਟ੍ਰੋਮੈਗਨੈਟਿਕ ਵੇਵਜ਼ ਹੀ ਹੁੰਦੇ ਆ ਆ ਹੁਣ ਆ ਸਿਰਫ ਇੰਨਾ ਲੈਕਚਰ ਦੇਖ ਲੈ ਨਾ ਤੈਨੂੰ ਅਟੋਮਿਕ ਨੰਬਰ ਵਗੈਰਾ ਪਤਾ ਚੱਲ ਗਿਆ ਹੁਣ ਅਗਲੇ ਜਿਹੜੇ ਲੈਕਚਰ ਆਉਂਦੇ ਅੰਦਰ ਮੈਂ ਹਾਲਫ ਲਾਈਫ ਆਈਸੋਟੋਪ ਆਈਸੋਬਾਰ ਇੱਥੇ ਮੇਰਾ ਇੱਕ ਦੋਸਤ ਆਉਂਦਾ ਭਾਈ ਵੀ ਤਿਆਰੀ ਕਰਨ ਦਾ ਉਹਨੇ ਨੋਟਸ ਦਿੱਤੇ ਉਹਦੇ 'ਚ ਤੈਨੂੰ ਮੈਂ ਹੋਰ ਵੀ ਕਰਾਵਾਂਗਾ